ਸਤਿ ਸ੍ਰੀ ਸਟੂਡੈਂਟ ਸਟੂਡੈਂਟ ਪਹਿਲੀ ਵਾਰ ਆਪਾਂ ਕੀਤਾ ਸੀਗਾ ਸਟਾਕ ਟਰਨਓਵਰ ਰੇਸ਼ੋ ਤੇ ਰੇਸ਼ੋ ਲੈ ਦੇ ਵਿੱਚ ਸਾਡੇ ਕੋਲ ਤਿੰਨ ਹੋਰ ਰੇਸ਼ੋ ਰਹਿ ਗਏ ਸੀ। ਇੱਕ ਪਹਿਲੇ ਨੰਬਰ ਤੇ ਹੋਣਾ ਹੈਗਾ ਆਪਾਂ ਡੈਬਟਰ ਜਾਂ ਅਕਾਊਂਟ ਰਿਸੀਵੇਬਲ ਰੇਸ਼ੋ ਕਹਿੰਦੇ ਹਾਂ। ਅਕਾਊਂਟ ਰਿਸੀਵੇਬਲ ਟਰਨ ਓਵਰ ਰੇਸ਼ੋ, ਠੀਕ ਹੈ ਨਾ। ਡੈਬਟਰ ਵੀ ਕਹਿ ਸਕਦੇ ਆ, ਅਕਾਊਂਟ ਰਿਸੀਵੇਬਲ ਟਰਨਓਵਰ ਰੇਸ਼ੋ ਵੀ ਇਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ ਨਾ। ਇਹਦਾ ਬੇਟਾ ਫਾਰਮੂਲਾ ਹੁੰਦਾ ਹੈਗਾ ਸਾਡੇ ਕੋਲ ਕਿਹੜਾ ਜੀ, ਅਕਾਊਂਟ ਰਿਸੀਵੇਬਲ ਟਰਨਓਵਰ ਰੇਸ਼ੋ, ਠੀਕ ਆ। ਇਹਦਾ ਫਾਰਮੂਲਾ ਹੁੰਦਾ ਹੈਗਾ ਬੇਟਾ ਸਾਡੇ ਕੋਲ ਕ੍ਰੈਡਿਟ ਸੇਲ ਅਪੋਨ ਐਵਰੇਜ ਅਕਾਊਂਟ ਰਿਸੀਵੇਬਲ, ਠੀਕ ਆ। ਜਾਂ ਫਿਰ ਆਪਾਂ ਕਹਿ ਦਿੰਦੇ ਆ ਐਵਰੇਜ ਡੈਪਟਰਸ, ਠੀਕ ਹੈ ਨਾ। ਹੁਣ ਐਵਰੇਜ ਡੈਪਟਰਸ ਬੇਟਾ ਜਿਹੜੇ ਸਾਡੇ ਕੋਲ ਆਣੇ ਆ, ਕੀ ਆਣੇ ਆ ਜੀ, ਓਪਨਿੰਗ ਡੈਪਟਰਸ, ਠੀਕ ਹੈ ਜੀ, ਪਲੱਸ ਓਪਨਿੰਗ ਕਿਹੜੇ ਜੀ, ਬਿਲ ਰਿਸੀਵਲ, ਪਲੱਸ ਕਲੋजिंग ਡੈਪਟਰਸ, ਪਲੱਸ ਕਲੋजिंग ਬਿਲ ਰਿਸੀਵਲ, ਠੀਕ ਆ। ਅਪੋਨ ਕਿਆ ਜੀ 2, ਅਪੋਨ ਕਿਆ ਜੀ 2। ਜੇ ਬੇਟਾ ਸਾਨੂੰ ਹੈ ਨਾ ਕੱਲਾ ਕਲੋजिंग ਕਿਆ ਜੀ, ਕਲੋजिंग ਡੈਪਟਰਸ, ਠੀਕ ਹੈ ਜੀ, ਜਾਂ ਫਿਰ ਕਿਆ ਜੀ ਪਲੱਸ ਕਲੋजिंग ਬਿਲ ਰਿਸੀਵਲ ਦਿੱਤੇ ਹੋਆ, ਕਲੋजिंग ਡੈਪਟਰ ਕਲੋजिंग ਬਿਲ ਰਿਸੀਵਲ ਦਿੱਤੇ ਹੋਆ ਅਤੇ ਓਪਨਿੰਗ ਬਾਰੇ ਕੋਈ ਇਨਫੋਰਮੇਸ਼ਨ ਨਹੀਂ, ਕਲੋजिंग ਡੈਪਟਰਸ ਆ, ਕਲੋजिंग ਬਿਲ ਰਿਸੀਵਲ ਆ, ਓਪਨਿੰਗ ਬਾਰੇ ਕੋਈ ਇਨਫੋਰਮੇਸ਼ਨ ਨਹੀਂ, ਤਾਂ ਬੇਟਾ ਤੁਸੀਂ ਇਕੱਲੇ ਦੋਨੇ ਹੈ ਨਾ ਕਲੋजिंग ਡੈਪਟਰਸ ਕਲੋजिंग ਬਿਲ ਰਿਸੀਵਲ ਜੋੜ ਕੇ ਉਹੀ ਲੈਣਾ, ਫਿਰ ਦੋ ਨਾਲ ਡਿਵਾਈਡ ਨਹੀਂ ਕਰਨਾ। ਦੋ ਨਾਲ ਡਿਵਾਈਡ ਉਦੋਂ ਕਰਨਾ ਜਦੋਂ ਸਾਨੂੰ ਓਪਨਿੰਗ ਤੇ ਕਲੋजिंग ਦੋਨੇ ਦਿੱਤੇ ਹੋਣਗੇ, ਠੀਕ ਨਾ। ਔਰ ਨਵੀਆਂ ਬੁੱਕਾਂ ਦੇ ਵਿੱਚ ਸ਼ਾਇਦ ਉਹਨਾਂ ਨੂੰ ਸਿੱਧਾ ਲਿਖ ਦਿੱਤਾ ਹੋਵੇ ਕਿਆ ਜੀ, ਕਲੋजिंग ਅਕਾਊਂਟ ਰਿਸੀਵੇਬਲ, ਕਿਹੜੇ ਜੀ, ਰਿਸੀਵੇਬਲ ਅਕਾਊਂਟ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਸਾਡੇ ਕੋਲ ਕ੍ਰੈਡਿਟ ਸੇਲ, ਜੇ ਤਾਂ ਨਹੀਂ ਕੁਛ ਨਹੀਂ ਕਿਹਾ ਹੈ, ਕੱਲੀ ਸੇਲ ਦਿੱਤੀ ਹੋ, ਮੰਨ ਲਓ ਕ੍ਰੈਡਿਟ ਸੇਲ ਹੀ ਆ, ਨਹੀਂ ਤਾਂ ਕਿਹਾ ਜੀ ਜੇ ਸਾਨੂੰ ਦਿੱਤੀ ਹੋ ਆ ਕ੍ਰੈਡਿਟ ਸੇਲ ਕਿੱਦਾਂ ਕੱਢੀ ਦੀ ਆ ਜੀ, ਟੋਟਲ ਸੇਲ ਜੇ ਸਾਨੂੰ ਦਿੱਤੀ ਹੋ ਆ ਉਹ 'ਚੋਂ ਆਪਾਂ ਕੀ ਕਰਨਾ ਜੀ, ਕੈਸ਼ ਸੇਲ ਲੈਸ ਜੇ ਸੇਲ ਰਿਟਰਨ, ਜੇ ਸੇਲ ਕਿਹਾ ਜੀ ਰਿਟਰਨ ਕੀਤੀ ਹੋ ਆ ਉਹਨੂੰ ਰਿਟਰਨ ਇਨਵਰਡ ਵੀ ਲਿਖ ਸਕਦੇ ਆ, ਠੀਕ ਹੈ। ਉਹਨੂੰ ਕੀ ਲਿਖ ਸਕਦੇ ਆ ਜੀ, ਰਿਟਰਨ ਇਨਵਰਡ ਵੀ ਲਿਖ ਸਕਦੇ ਆ, ਠੀਕ ਨਾ। ਉਸ ਤੋਂ ਬਾਅਦ ਬੇਟਾ ਅੱਗੇ ਹੈਗਾ ਜੀ, ਜੇ ਮਤਲਬ ਕਿ ਸਾਨੂੰ ਕੱਲੀ ਸੇਲ ਆ ਜਾਂ ਫਿਰ ਐਦਾਂ ਵੀ ਆ ਸਕਦੀ ਕ੍ਰੈਡਿਟ ਸੇਲ, ਕਿਹੜਾ ਜੀ, ਕਲੋजिंग ਡੈਪਟਰਸ ਪਲੱਸ ਕੈਸ਼ received from debtors less opening debtors, ਠੀਕ ਨਾ। ਲੈਸ ਕੀ ਕਰਨਾ ਜੀ, ਇਹਦੇ ਵਿੱਚੋਂ ਓਪਨਿੰਗ ਡੈਪਟਰਸ ਅਸੀਂ ਲੈਸ ਕਰਨੀ ਹੈਗੀ, ਠੀਕ ਹੈ ਨਾ। ਇਹ ਸਾਡੇ ਕੋਲ ਕੀ ਹੁੰਦਾ ਜੀ, ਕ੍ਰੈਡਿਟ ਸੇਲ ਦਾ ਫਾਰਮ। ਤੁਸੀਂ ਦੇ ਲੈਣਾ ਤੁਹਾਡੇ ਕੋਲ ਕਿਹੜੀਆਂ ਚੀਜ਼ਾਂ, ਆਹ ਚੀਜ਼ਾਂ ਕਿ ਆਹ ਚੀਜ਼ਾਂ, ਉਸ ਹਿਸਾਬ ਨਾਲ ਕੱਢ ਲੈਣਾ ਤੁਸੀਂ, ਠੀਕ ਨਾ। ਤੇ ਇਹਦੇ ਵਿੱਚ ਬੇਟਾ ਇੱਕ ਸਾਨੂੰ ਹੁੰਦਾ ਹੈਗਾ ਆ, ਅਗਲਾ ਇੱਕ ਇਹਦੇ ਵਿੱਚ ਫਾਰਮੂਲਾ ਹੁੰਦਾ ਹੈਗਾ ਆ, ਐਵਰੇਜ ਕਲੈਕਸ਼ਨ ਪੀਰੀਅਡ, ਠੀਕ ਹੈ ਜੀ। ਉਹ ਬੇਟਾ ਜੇ ਤਾਂ ਮੰਥ ਵਿੱਚ ਆ ਫੇਰ ਤਾਂ ਫਾਰਮੂਲਾ ਆ ਲੱਗਣਾ, 12 ਮੰਥ ਬਟਾ ਡੈਪਟਰਸ ਟਰਨਓਵਰ ਰੇਸ਼ੋ। ਔਰ ਜੇ ਮਤਲਬ ਡੇਜ਼ ਵਿੱਚ ਆ ਫਿਰ ਦਿਨ ਵਾਲਾ ਆ ਲੱਗਣਾ, ਕਿਹੜਾ ਜੀ, 365 ਡੇਜ਼, ਕਿਹੜੀ ਜਗ੍ਹਾ 360 ਵੀ ਲਾ ਲੈਂਦੇ ਆ, ਠੀਕ ਹੈ। 365 ਜਾਂ 360 ਵੀ ਮਤਲਬ ਦਿਨ। ਉਸ ਤੋਂ ਬਾਅਦ ਕਿੰਨਾ ਜੀ, ਬਟਾ ਗਿਆ ਜੀ ਉਹੀ ਡੈਪਟਰਸ ਟਰਨਓਵਰ ਰੇਸ਼ੋ। ਹੁਣ ਤੁਸੀਂ ਦੇਖ ਲੈਣਾ, ਜੇ ਤਾਂ ਨਹੀਂ ਸਾਨੂੰ 360 ਦਿੱਤੇ ਤਾਂ ਜੇ ਕੁਛ ਨਹੀਂ ਕਿਹਾ ਨਾ ਦਿਨਾਂ ਬਾਰੇ ਕਿੰਨਾ ਆ, ਫਿਰ ਤੁਸੀਂ 365 ਹੀ ਲਾਉਣੀ ਆ ਬੇਟਾ, ਕਿੰਨਾ ਲਾਉਣੇ, 365 ਲਾਉਣੇ ਆ, ਠੀਕ ਨਾ। ਹੁਣ ਬੇਟਾ ਇਹਦੇ ਨਿਊਮੈਰੀਕਲ ਦੇਖੋ, ਹਾਂਜੀ ਬੇਟਾ ਹੁਣ ਜਿੱਦਾਂ ਆਹ ਵਾਲਾ ਕੁਐਸਚਨ ਹੀ ਦੇਖੋ, ਠੀਕ ਹੈ ਨਾ। ਕਿਹੜਾ ਜੀ, 54ਵਾਂ ਕੁਐਸਚਨ ਆ ਜਿਹੜਾ, ਕਹਿੰਦਾ ਓਪਨਿੰਗ ਡੈਪਟਰ 10,000 ਆ, ਕੈਸ਼ ਰਿਸੀਵਸ ਔਨ ਡੈਪਟਰ ਕਿੰਨਾ 70,000 ਆ, ਤੇ ਕਲੋजिंग ਡੈਪਟਰ ਕਿੰਨੀ ਆ ਜੀ 15,000 ਆ ਸਾਡੇ ਕੋਲ, ਠੀਕ ਹੈ ਨਾ। ਤੇ ਉਸ ਤੋਂ ਅੱਗੇ ਕੀ ਕਹਿੰਦਾ ਜੀ, ਮੇਰੇ ਕੋਲ 54ਵਾਂ ਸਵਾਲ ਆ ਇਹ, ਕਹਿੰਦਾ ਸੇਲ ਰਿਟਰਨ 5,000 ਆ, ਕੈਲਕੂਲੇਟ ਦੀ ਡੈਪਟਰ ਟਰਨਓਵਰ ਰੇਸ਼ੋ ਐਂਡ ਡੈਬਿਟ ਕਲੈਕਸ਼ਨ ਪੀਰੀਅਡ, ਠੀਕ ਹੈ ਨਾ। ਅਸੀਂ ਕੀ ਕਰਨਾ ਬੇਟਾ, ਪਹਿਲੇ ਨੰਬਰ ਤੇ ਕ੍ਰੈਡਿਟ ਸੇਲ ਕੱਢਣੀ ਆ, ਠੀਕ ਹੈ ਨਾ। ਹੁਣ ਸਾਡੇ ਕੋਲ ਕਿਆ ਹੈ ਜੀ, ਇੱਥੇ ਓਪਨਿੰਗ ਡੈਪਟਰ ਆ, ਕੈਸ਼ ਰਿਸੀਵਸ ਫਰੋਮ ਡੈਪਟਰ ਤੇ ਕਲੋजिंग ਡੈਪਟਰ ਆ, ਇਹਨਾਂ ਕੱਢ ਸਕਦੇ ਕ੍ਰੈਡਿਟ ਸੇਲ ਜੀ। ਜਦੋਂ ਦੱਸਿਆ ਸੀਗਾ ਫਾਰਮੂਲਾ ਕਿਹੜਾ ਜੀ, ਕਲੋजिंग ਡੈਪਟਰਸ, ਠੀਕ ਹੈ ਜੀ, ਪਲੱਸ ਕੈਸ਼ received from debtors
ਮਾਈਨਸ ਓਪਨਿੰਗ ਡੈਪਟਰਸ। ਜਿਹਦਾ ਕਲੋजिंग ਡੈਪਟਰ ਸਾਡੇ ਕੋਲ ਕਿੰਨੇ ਆ ਜੀ 15000। ਕੈਸ਼ ਰਿਸੀਵਸ ਫਰੋਮ ਡੈਪਟਰ ਕਿੰਨਾ ਹੈ ਜੀ ਕੈਸ਼ ਰਿਸੀਵਸ ਫਰੋਮ ਡੈਪਟਰ ਕਿੰਨਾ ਹੈ ਜੀ 70000 ਮਾਈਨਸ ਓਪਨਿੰਗ ਡੈਪਟਰ ਕਿੰਨੇ ਆ ਜੀ ਓਪਨਿੰਗ ਡੈਪਟਰ ਹੈਗੇ ਸਾਡੇ ਕੋਲ 10000। ਇਹ ਸਾਡੇ ਕੋਲ ਕਿੰਨਾ ਆ ਜਾਣਾ ਜੀ ਇਹ ਆ ਜਾਣਾ ਹੈਗਾ ਸਾਡੇ ਕੋਲ 75000। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਜੀ ਐਵਰੇਜ ਡੈਪਟਰਸ। ਐਵਰੇਜ ਡੈਪਟਰਸ ਕਿੱਦਾਂ ਆਣੇ ਆ ਓਪਨਿੰਗ ਡੈਪਟਰਸ ਕਲੋजिंग ਡੈਪਟਰਸ ਦੋਨੇ ਹੈ ਨਾ ਡੈਪਟਰ ਸਾਡੇ ਕੋਲ ਡਿਵਾਈਡ ਕਿੰਨਾ ਹੈ ਜੀ 2। ਠੀਕ ਨਾ ਹੁਣ ਕਰ ਦਿਓ ਜੀ ਕਿੰਨਾ ਹੈ ਜੀ 10000 ਪਲੱਸ 15000 ਡਿਵਾਈਡ 2। ਠੀਕ ਨਾ ਕਿੰਨਾ ਆਣਾ ਜੀ 25000 ਡਿਵਾਈਡ 2। 25000 ਨੂੰ ਅਸੀਂ 2 ਨਾਲ ਡਿਵਾਈਡ ਕੀਤਾ ਕਿੰਨਾ ਆਣਾ ਬੇਟਾ ਇਹ ਸਾਡੇ ਕੋਲ ਇਹ ਆ ਜਾਣਾ ਹੈਗਾ 12500। ਕਿੰਨਾ ਆਣਾ ਜੀ 12500। ਠੀਕ ਨਾ ਬਾਕੀ ਬੇਟਾ ਹੁਣ ਅੱਗੇ ਆਪਾਂ ਅੱਗੇ ਕੱਢ ਦੇਣਾ ਕਿਹੜਾ ਜੀ ਡੈਪਟਰਸ ਟਰਨਓਵਰ ਰੇਸ਼ੋ। ਨਵੀਆਂ ਬੁੱਕਾਂ 'ਚ ਬੇਟਾ ਅਕਾਊਂਟ ਰਿਸੀਵੇਬਲ ਟਰਨਓਵਰ ਰੇਸ਼ੋ ਵੀ ਲਿਖਿਆ ਸਕਦਾ ਇੱਕੋ ਗੱਲ ਹੁੰਦੀ ਹੈ। ਡੈਪਟਰਸ ਨੂੰ ਹੁਣ ਕੀ ਕਹਿੰਦੇ ਆਪਾਂ ਅਕਾਊਂਟ ਰਿਸੀਵੇਬਲ ਕਹਿੰਦੇ ਆ। ਠੀਕ ਹੈ ਨਾ ਕ੍ਰੈਡਿਟ ਸੇਲ ਕਿੰਨੀ ਆ 75000 ਡਿਵਾਈਡ 12500। ਠੀਕ ਹੈ ਨਾ ਹੁਣ ਕਿੰਨਾ ਆਣਾ ਜੀ ਕਰ ਦਿਓ ਜੀ ਇੱਧਰ ਕਿੰਨਾ ਆਣਾ ਸਾਡੇ ਕੋਲ 750 ਆ। ਇਹਨੂੰ ਸੋਲਵ ਕਰਕੇ ਸਾਡੇ ਕੋਲ ਕਿੰਨਾ ਆਣਾ ਜੀ 6 ਆ ਜਾਣਾ। ਕੈਲਕੂਲੇਟਰ ਸੇਵ ਕਰਕੇ ਕਿੰਨਾ ਜਾਣਾ ਜੀ ਸੇਵ। ਤੇ ਹੁਣ ਨਾਲ ਕੀ ਪੁੱਛਿਆ ਇਹਨੂੰ ਡੈਬਿਟ ਕਲੈਕਸ਼ਨ ਪੀਰੀਅਡ ਜਾਂ ਫਿਰ ਆਪਾਂ ਕਿਆ ਕਹਿ ਸਕਦੇ ਆ ਜੀ ਐਵਰੇਜ ਕਲੈਕਸ਼ਨ ਪੀਰੀਅਡ। ਠੀਕ ਨਾ ਉਹ ਕਿੱਦਾਂ ਆ ਜੀ 12 ਮੰਥ ਬਟਾ ਡੈਪਟਰਸ ਟਰਨਓਵਰ ਰੇਸ਼ੋ ਕਿੰਨਾ ਜੀ 12/6 ਡਿਵਾਈਡ ਬਰਾਬਰ ਕਿੰਨਾ ਆਣਾ ਜੀ 2 ਆ ਜਾਣਾ। ਕਿੰਨਾ ਆਣਾ ਜੀ 2 ਆ ਜਾਣਾ। ਠੀਕ ਹੈ ਨਾ ਇਹ ਬੇਟਾ ਡੈਪਟਰ ਟਰਨਓਵਰ ਸੀਗਾ ਸਾਨੂੰ ਕਿ ਸਿੰਪਲ ਜਿਹੀ ਸਾਨੂੰ ਚੀਜ਼ਾਂ ਦਿੱਤੀਆਂ ਹੋਣ। ਠੀਕ ਹੈ ਨਾ ਹੁਣ ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਇਹ ਤੋਂ ਪਹਿਲਾ ਕੁਐਸਚਨ ਹੈ ਦੇਖੋ ਇਹਦੇ ਵਿੱਚ ਕੀ ਸੀਗਾ ਸਾਡੇ ਕੋਲ ਕਹਿੰਦਾ ਹੈਗਾ ਕਲੋजिंग ਡੈਪਟਰ ਹੈਗੇ 1 ਲੱਖ ਕੈਸ਼ ਸੇਲ 25% ਆਫ ਕ੍ਰੈਡਿਟ ਸੇਲ। ਠੀਕ ਹੈ ਜੀ ਕਹਿੰਦਾ ਐਕਸੈਸ ਆਫ ਕਲੋजिंग ਡੈਪਟਰ ਓਵਰ ਓਪਨਿੰਗ ਡੈਪਟਰ ਕਿੰਨੇ ਆ ਜੀ 40000 ਆ। ਟੋਟਲ ਸੇਲ ਕਿੰਨੀ ਆ 6 ਲੱਖ। ਆਪਾਂ ਡੈਪਟਰ ਟਰਨਓਵਰ ਰੇਸ਼ੋ ਪਤਾ ਕਰਨਾ ਕੀ ਪਤਾ ਕਰਨਾ ਡੈਪਟਰ ਟਰਨਓਵਰ ਰੇਸ਼ੋ। ਦੇਖੋ ਬੇਟਾ ਪਹਿਲਾਂ ਸਾਨੂੰ ਦਿੱਤੇ ਹੋ ਨਹੀਂ ਕਲੋजिंग ਡੈਪਟਰਸ ਕਿੰਨੇ ਦਿੱਤੇ ਹੋ ਜੀ 1 ਲੱਖ ਤੇ ਨਾਲ ਐਂਡ ਵਿੱਚ ਦੇਖੋ ਲਿਖਣਾ ਨਾ ਐਕਸੈਸ ਆਫ ਕਲੋजिंग ਡੈਪਟਰਸ ਓਵਰ ਓਪਨਿੰਗ ਡੈਪਟਰਸ ਕਿੰਨਾ ਜੀ 40000। ਜਿਹੜੇ ਕਲੋजिंग ਡੈਪਟਰ ਵਾ ਓਪਨਿੰਗ ਡੈਪਟਰ ਨਾਲੋਂ ਕਹਿੰਦਾ 40000 ਜ਼ਿਆਦਾ ਆ। ਇਹਦਾ ਮਤਲਬ ਜਿਹੜਾ ਓਪਨਿੰਗ ਡੈਪਟਰ ਵਾ ਉਹ ਕਿੰਨਾ ਆਊਗਾ ਜੀ 1 ਲੱਖ ਦੇ ਵਿੱਚੋਂ 40000 ਲੈਸ ਕਰ ਦਿਓ। ਇਹਦਾ ਮਤਲਬ 40000 ਘੱਟ ਵਾ ਜੇ ਕਲੋजिंग ਇਹ ਤੋਂ 40000 ਜ਼ਿਆਦਾ ਹੈ ਤੇ 40000 ਘੱਟ ਹੋਣਾ ਕਿੰਨਾ ਹੈ ਜੀ 60000। ਕਿੰਨਾ ਹੈ ਜੀ 60000। ਸੋ ਤਾਂ ਓਪਨਿੰਗ ਤੇ ਕਲੋजिंग ਡੈਪਟਰ ਤਾਂ ਆ ਗਏ। ਹੁਣ ਸਾਨੂੰ ਚਾਹੀਦੀ ਆ ਕ੍ਰੈਡਿਟ ਸੇਲ। ਉਹ ਕੀ ਲਿਖਿਆ ਉਹਨੇ ਕਹਿੰਦਾ ਕੈਸ਼ ਸੇਲ ਹੈਗੀ ਆ 25% ਆਫ ਕ੍ਰੈਡਿਟ ਸੇਲ। ਇਹਦਾ ਮਤਲਬ ਜਿਹੜੀ ਕੈਸ਼ ਸੇਲ ਆ ਉਹ ਕਿੰਨੀ ਆ ਜੀ 25% ਕਿਹਦੀ ਆ ਜੀ ਕ੍ਰੈਡਿਟ ਸੇਲ ਦੀ ਆ। ਤੇ ਸਾਨੂੰ ਟੋਟਲ ਸੇਲ ਦਿੱਤੀ ਉਹ ਨਹੀਂ। ਠੀਕ ਹੈ ਜੀ ਟੋਟਲ ਸੇਲ ਕਿੰਨੀ ਹੈ ਸਾਡੇ ਕੋਲ 6 ਲੱਖ ਹੈ ਨਾ। ਇਹਦਾ ਮਤਲਬ ਜੇ ਹੁਣ ਜਿਹੜੀ ਸਾਡੇ ਕੋਲ ਟੋਟਲ ਸੇਲ ਬਰਾਬਰ ਕਿਹਦੇ ਹੁੰਦੀ ਆ ਕੈਸ਼ ਸੇਲ ਪਲੱਸ ਕ੍ਰੈਡਿਟ ਸੇਲ ਇਕੁਅਲ ਟੂ ਕਿਹਦੇ ਬਰਾਬਰ ਹੁੰਦੀ ਆ ਟੋਟਲ ਸੇਲ ਦੇ। ਇਹੀ ਹੁੰਦੀ ਆ ਨਾ। ਹੁਣ ਮੰਨ ਲਓ ਅਸੀਂ ਕ੍ਰੈਡਿਟ ਸੇਲ ਮੰਨ ਲਈ x ਤੇ ਆਹ ਵਾਲੀ ਕਿੰਨੀ ਹੋਣੀ ਇਹਦੀ x ਦੀ 25% ਮਤਲਬ 0.25x। ਠੀਕ ਹੈ ਨਾ ਉਹ ਬਰਾਬਰ ਕੀ ਆ ਜਾਣੀ ਸਾਡੇ ਕੋਲ ਟੋਟਲ ਸੇਲ ਕਿੰਨੀ ਜੀ 6 ਲੱਖ। ਇਹ ਕਿੰਨਾ ਆ ਗਿਆ ਜੀ 1.25x ਬਰਾਬਰ ਕਿੰਨਾ ਜੀ 6 ਲੱਖ ਔਰ x ਬਰਾਬਰ ਕਿੰਨਾ ਆਣਾ ਜੀ 6 ਲੱਖ ਬਟਾ 0.25। ਕਿੰਨਾ ਆਣਾ ਜੀ 6 ਲੱਖ ਬਟਾ 0.25। ਠੀਕ ਹੈ ਨਾ ਇਹ ਹੁਣ ਕਰ ਲਓ ਜੀ ਇਹਨੂੰ ਸੋਲਵ ਕਰਕੇ ਕਿੰਨਾ ਆਉਂਦਾ ਸਾਡੇ ਕੋਲ ਜੀ ਇਹ ਤੋ ਕੈਲਕੂਲੇਟ ਕਰਕੇ ਦੇਖ ਲੈਣਾ ਸਾਡੇ ਕੋਲ ਆ ਜਾਣਾ ਇਹ 4,80,000 ਹੈ। ਕ੍ਰੈਡਿਟ ਸੇਲ ਸਾਡੇ ਕੋਲ x ਮੰਨੀ ਸੀ ਨਾ x ਓਵਰ ਕ੍ਰੈਡਿਟ ਸੇਲ ਚੱਲ ਹੁਣ ਬੇਟਾ ਉਹੀ ਕੱਢ ਦੇਣਾ ਤੁਸੀਂ ਕਿਹਾ ਜੀ ਡੈਪਟਰਸ। ਠੀਕ ਹੈ ਜੀ ਟਰਨ ਓਵਰ ਰੇਸ਼ੋ ਕਿਆ ਜੀ ਕ੍ਰੈਡਿਟ ਸੇਲ 4,80,000 ਕੱਢ ਲਈ ਆ ਬਟਾ ਹੁਣ ਪਹਿਲਾਂ ਅਸੀਂ ਐਵਰੇਜ ਡੈਪਟਰ ਵੀ ਕੱਢ ਲੈਣਾ ਸੌਰੀ ਐਵਰੇਜ ਡੈਪਟਰਸ ਉਹੀ ਜੀ ਓਪਨਿੰਗ ਡੈਪਟਰ ਕਿੰਨੇ ਸੀਗੇ ਸਾਡੇ ਕੋਲ 60,000 ਕਲੋजिंग ਡੈਪਟਰ ਕਿੰਨੇ ਆ ਜੀ 1 ਲੱਖ
और बटा कितना है जी 2, यानी कि 1,60,000 डिवाइड 2 बराबर कितना आ गया जी 80,000। कितना आ गया जी 80,000। ਉਹੀ ਤੁਸੀਂ ਐਵਰੇਜ ਡੈਪਟਰ ਇੱਥੇ ਪਾ ਕੇ ਇਹ ਸਾਡੇ ਕੋਲ ਆ ਜਾਣਾ ਬੇਟਾ 6। ਕਿੰਨਾ ਆ ਜਾਣਾ ਜੀ 6 ਆ ਜਾਣਾ ਡੈਪਟਰ ਟਰਨਓਵਰ ਰੇਸ਼ੋ। ਠੀਕ ਨਾ। ਹੁਣ ਬੇਟਾ ਇੱਕ ਸਵਾਲ ਮੈਂ ਉਹ ਕਰਨਾ ਜਿਹਦੇ ਵਿੱਚ ਮੰਨ ਕੇ ਜਾਂ ਤਾਂ ਆਪਾਂ ਡੈਪਟਰ ਪਤਾ ਕਰਨੇ ਹੋਣੇ ਆ, ਠੀਕ ਨਾ, ਓਪਨਿੰਗ ਤੇ ਕਲੋਜ਼ਿੰਗ। ਠੀਕ ਨਾ। ਉਹ ਦੇਖੋ ਕਿੱਦਾਂ ਕਰਨਾ ਆਪਾਂ ਕੁਐਸਚਨ। ਜਿੱਦਾਂ ਸਟੂਡੈਂਟ ਸਾਡੇ ਕੋਲ ਆਹ ਕੁਐਸਚਨ ਆ ਜੀ, ਕਹਿੰਦਾ ਕ੍ਰੈਡਿਟ ਸੇਲ ਕਿੰਨੀ ਆ 2,40,000। ਕ੍ਰੈਡਿਟ ਕਲੈਕਸ਼ਨ ਪੀਰੀਅਡ ਕਿੰਨਾ ਹੈ ਜੀ 2 ਮੰਥ। ਡੈਪਟਰ ਬਿਗਨਿੰਗ ਵਿੱਚ ਕਿੰਨੇ ਆ 35,000। ਅਸੀਂ ਓਪਨਿੰਗ ਵਾਲੇ ਫਾਈਂਡ ਕਰਨੇ ਇਹਦੇ ਵਿੱਚ। ਠੀਕ ਨਾ। ਠੀਕ ਨਾ। ਸੌਰੀ ਬਿਗਨਿੰਗ ਵਾਲੇ ਦਿੱਤੇ ਹੋ ਆ, ਐਂਡ ਵਾਲੇ ਫਾਈਂਡ ਕਰਨੇ ਆ। ਹੁਣ ਦੇਖੋ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਕ੍ਰੈਡਿਟ ਕਲੈਕਸ਼ਨ ਪੀਰੀਅਡ। ਠੀਕ ਨਾ। ਅਸੀਂ ਕੀ ਕਰਨਾ ਜੀ ਕ੍ਰੈਡਿਟ ਕਲੈਕਸ਼ਨ ਪੀਰੀਅਡ ਉਹ ਕਿੱਦਾਂ ਆਉਣਾ ਜੀ, ਉਹ ਆਉਣਾ ਹੈਗਾ 12 ਮੰਥ ਬਟਾ ਡੈਪਟਰਸ ਟਰਨਓਵਰ ਰੇਸ਼ੋ। ਠੀਕ ਨਾ। ਕਿੰਨਾ ਆਉਣਾ ਜੀ, ਆਹ ਸਾਨੂੰ ਦਿੱਤਾ ਹੈ ਨਹੀਂ ਕਿੰਨਾ ਜੀ 2 ਮੰਥ ਆ, ਆਹ ਕਿੰਨਾ ਜੀ 12 ਬਟਾ ਡੈਪਟਰਸ ਟਰਨਓਵਰ ਰੇਸ਼ੋ। ਡੈਪਟਰਸ ਟਰਨਓਵਰ ਰੇਸ਼ੋ ਕਿੱਦਾਂ ਆਉਣਾ ਜੀ 12/2 ਇਜ਼ਕਲ ਟੂ ਕਿੰਨਾ ਆ ਜਾਣਾ ਜੀ 6 ਆ ਜਾਣਾ। ਠੀਕ ਨਾ। ਹੁਣ ਸਾਡੇ ਕੋਲ ਡੈਪਟਰ ਟਰਨਓਵਰ ਰੇਸ਼ੋ ਆ ਗਈ ਨਾ, ਤਾਂ ਬੇਟਾ ਅਸੀਂ ਕੀ ਕਰਨਾ ਹੈਗਾ ਜੀ ਡੈਪਟਰ ਟਰਨਓਵਰ ਰੇਸ਼ੋ ਦਾ ਫਾਰਮੂਲਾ ਲਾਣਾ। ਉਹਦਾ ਫਾਰਮੂਲਾ ਕਿਆ ਹੈ ਜੀ ਕ੍ਰੈਡਿਟ ਸੇਲ ਬਟਾ ਐਵਰੇਜ ਡੈਪਟਰਸ। ਹੁਣ ਐਵਰੇਜ ਡੈਪਟਰ ਤਾਂ ਆ ਗਏ ਜਦੋਂ ਤਾਂ ਓਪਨਿੰਗ ਕਲੋजिंग ਹੋਊਗਾ। ਜਿਹੜਾ ਡੈਪਟਰ ਟਰਨਓਵਰ ਰੇਸ਼ੋ ਕਿੰਨਾ ਹੈ ਜੀ 6 ਆ। ਕ੍ਰੈਡਿਟ ਸੇਲ ਕਿੰਨੀ ਹੈ ਬੇਟਾ 2,40,000। ਇਹ ਅਸੀਂ ਭਰ ਦੇਣਾ 2,40,000। ਠੀਕ ਹੈ ਜੀ। ਔਰ ਬਟਾ ਕਿਆ ਜੀ ਐਵਰੇਜ ਡੈਪਟਰਸ। ਠੀਕ ਹੈ ਕਿਆ ਜੀ ਐਵਰੇਜ ਡੈਪਟਰਸ। ਹੁਣ ਐਵਰੇਜ ਡੈਪਟਰ ਇੱਧਰ ਚਲ ਜਾਣੇ ਆ ਤੇ ਇਹ ਕਿੰਨਾ ਆਣਾ ਜੀ 2,40,000 ਬਟਾ 6 ਕਰਕੇ ਕਿੰਨਾ ਆ ਗਿਆ ਜੀ 6 ਚੌਕਾ 24 40,000 ਆ ਗਿਆ ਸਾਡੇ ਕੋਲ। ਕਿੰਨਾ ਆ ਗਿਆ ਜੀ 40,000। ਹੁਣ ਉਹ ਤੋਂ ਅੱਗੇ ਕਰ ਦਿਓ ਜੀ ਐਵਰੇਜ ਡੈਪਟਰ ਦਾ ਫਾਰਮੂਲਾ ਲਾ ਦਿਓ। ਉਹ ਕਿੱਦਾਂ ਆਉਣਾ ਜੀ ਓਪਨਿੰਗ ਡੈਪਟਰਸ ਪਲੱਸ ਕਲੋजिंग ਡੈਪਟਰਸ ਅਪੋਨ 2। ਠੀਕ ਨਾ। ਹੁਣ ਓਪਨਿੰਗ ਡੈਪਟਰਸ ਐਵਰੇਜ ਡੈਪਟਰ ਆਪਾਂ ਕੱਢ ਲਏ ਆ ਕਿੰਨੇ ਜੀ 40,000। ਠੀਕ ਨਾ। ਉਸ ਤੋਂ ਬਾਅਦ ਜੀ ਓਪਨਿੰਗ ਡੈਪਟਰਸ ਕਿੰਨੇ ਆ, ਓਪਨਿੰਗ ਹੈਗੇ ਸਾਡੇ ਕੋਲ ਕਿਹੜੇ ਆ ਜੀ ਜਿਹੜੇ ਬਿਗਨਿੰਗ ਵਾਲੇ ਆ ਕਿੰਨੇ ਆ ਜੀ 35,000। ਤੇ ਕਲੋजिंग ਡੈਪਟਰਸ ਕਿੰਨੇ ਆ ਸਾਨੂੰ ਪਤਾ ਨਹੀਂ ਹੈਗੇ ਬਟਾ ਕਿੰਨਾ ਹੈ ਜੀ 2। ਹੁਣ 2 ਨੂੰ ਇੱਧਰ ਜਾ ਕੇ ਮਲਟੀਪਲਾਈ ਕਰ ਦੇਣਾ ਕਿੰਨਾ ਆ ਗਿਆ ਜੀ 80,000। 2 ਨੂੰ ਇੱਧਰ ਮਲਟੀਪਲਾਈ ਕਰਕੇ ਹੈ ਨਾ ਕਿੰਨਾ ਆ ਗਿਆ 80,000। ਤੇ ਇਹ ਕਿੰਨਾ ਆ ਗਿਆ ਜੀ 35,000 ਪਲੱਸ ਕਲੋजिंग ਡੈਪਟਰਸ। ਠੀਕ ਨਾ। ਆਹ ਇੱਧਰ ਜਾ ਕੇ ਮਾਈਨਸ ਹੋ ਗਿਆ ਤਾਂ ਕਲੋजिंग ਡੈਪਟਰਸ ਬਰਾਬਰ ਕਿੰਨੇ ਹੋ ਗਏ 80,000 ਮਾਈਨਸ 35,000। ਇਹ ਆ ਜਾਣੇ ਹੈਗੇ ਬੇਟਾ ਸਾਡੇ ਕੋਲ ਘਟਾ ਕੇ ਜੀ 45,000 ਆ ਜਾਣੇ ਕਲੋजिंग ਡੈਪਟਰਸ। ਕਿਹੜੇ ਆ ਜਾਣੇ ਜੀ ਕਲੋजिंग ਡੈਪਟਰਸ ਕਿੰਨੇ ਆ ਜਾਣੇ ਆ ਜੀ 45,000 ਆ ਜਾਣੇ ਆ। ਠੀਕ ਨਾ। ਇਸੇ ਤਰ੍ਹਾਂ ਬੇਟਾ ਸਾਡਾ ਅੱਗੇ ਕੁਐਸਚਨ ਆਹ ਵਾਲਾ ਵੀ ਹੈਗਾ ਆ। ਠੀਕ ਨਾ। ਨਾਰਮਲੀ ਡੈਪਟਰ ਇਕੁਅਲ ਟੂ ਦੀ 2 ਮੰਥ ਕ੍ਰੈਡਿਟ ਸੇਲ ਆ। ਹੁਣ 2 ਮੰਥ ਆ ਸਾਡਾ ਕ੍ਰੈਡਿਟ ਕਲੈਕਸ਼ਨ ਪੀਰੀਅਡ। ਉਹੀ ਆ ਜੀ ਪਹਿਲਾਂ ਤੁਸੀਂ ਡੈਪਟਰ ਟਰਨਓਵਰ ਰੇਸ਼ੋ ਕੱਢ ਲੈਣਾ। ਉਹਦੇ ਵਿੱਚ ਕੀ ਹੈਗਾ ਜੀ ਕ੍ਰੈਡਿਟ ਸੇਲ ਦਿੱਤੀ ਉਹ ਆ, ਐਵਰੇਜ ਡੈਪਟਰ ਕੱਢ ਲਓ। ਠੀਕ ਨਾ। ਹੁਣ ਐਵਰੇਜ ਡੈਪਟਰ ਦੇਖੋ ਕੱਲਾ ਉਹਨੇ ਐਂਡਿੰਗ ਡੈਪਟਰ ਪੁੱਛਿਆ ਐਂਡ ਤੇ ਡੈਪਟਰ, ਓਪਨਿੰਗ ਬਾਰੇ ਕੁਛ ਨਹੀਂ ਕਿਹਾ ਹੈ ਨਾ। ਤਾਂ ਤੁਸੀਂ ਬੇਟਾ ਕੀ ਕਰਨਾ ਤਾਂ ਬੇਟਾ ਜਿਹੜਾ ਸਾਡੇ ਕੋਲ ਹੈ ਨਾ ਐਵਰੇਜ ਡੈਪਟਰ ਆਣਾ ਆ ਉਹ ਤੁਹਾਡਾ ਕਲੋजिंग ਡੈਪਟਰ ਹੀ ਆ ਜਾਣਾ। ਤੁਹਾਨੂੰ ਮੈਂ ਦੱਸਿਆ ਸੀ ਨਾ ਫਾਰਮੂਲਾ ਕਿ ਜੇ ਸਾਨੂੰ ਓਪਨਿੰਗ ਡੈਪਟਰ ਬਾਰੇ ਨਹੀਂ ਕਿਹਾ ਆ ਤਾਂ ਜਿਹੜਾ ਕਲੋजिंग ਆ ਉਹੀ ਸਾਡਾ ਐਵਰੇਜ ਆ, ਫਿਰ ਉਹਨੂੰ ਆਪਾਂ 2 ਨਾਲ ਡਿਵਾਈਡ ਨਹੀਂ ਕਰਨਾ। ਠੀਕ ਨਾ। ਉਹ ਬਾਕੀ ਬੇਟਾ ਸਾਡੇ ਸਿੱਧੇ ਆ ਜਿੱਦਾਂ ਗਰੋਸ ਸੇਲ ਦਿੱਤਾ ਆ ਇਹਦੇ ਵਿੱਚੋਂ ਕੈਸ਼ ਸੇਲ ਦੇ ਸੇਲ ਟਨ ਲੈਸ ਕਰ ਦੋ ਕ੍ਰੈਡਿਟ ਸੇਲ ਆ ਜਾਣੀ। ਓਪਨਿੰਗ ਤੇ ਕਲੋजिंग ਡੈਪਟਰ ਦਿੱਤਾ ਉਹਦੇ ਨਾਲ ਜਿੱਦਾਂ ਰੇਸ਼ੋ ਤੁਸੀਂ ਕੱਢ ਦੇਗੇ। ਠੀਕ ਨਾ। ਬਾਕੀ ਵੀ ਸਵਾਲ ਬੇਟਾ ਤੁਹਾਡੇ ਆਹ ਵਾਲੇ ਇਸ ਤਰ੍ਹਾਂ ਸਿੰਪਲ ਹੀ ਆ। ਠੀਕ ਨਾ। ਜਿਹਦੇ ਵਿੱਚ ਕਿਹਾ ਜੀ ਥੋੜੀ ਕ੍ਰੈਡਿਟ ਸੇਲ ਤੁਸੀਂ ਘੁਮਾ ਕੇ ਕੱਢਣੀ ਆ। ਉਸ ਜਿੱਦਾਂ ਆਹ ਸਾਡੇ ਕੋਲ ਆ ਕੋਸਟ ਆਫ ਗੁੱਡ ਸੋਲਡ ਕਿੰਨਾ 4,50,000 ਆ। ਗਰੋਸ ਪ੍ਰੋਫਿਟ ਕਿੰਨਾ ਆ 20% ਆ। ਠੀਕ ਨਾ। ਕੈਸ਼ ਸੇਲ ਕਿੰਨੀ ਆ ਜੀ 25% ਆਫ ਨੈਟ ਕ੍ਰੈਡਿਟ ਸੇਲ। ਉਹੀ ਆ ਬੇਟਾ ਤੁਸੀਂ ਪਹਿਲਾਂ ਟੋਟਲ ਸੇਲ ਕੱਢ ਲੈਣੀ ਕਿਸ ਤਰ੍ਹਾਂ ਜੀ ਪ੍ਰੋਫਿਟ ਆਨ ਸੇਲ 20% ਆ, ਕੋਸਟ ਤੇ ਕਿੰਨਾ ਆਊਗਾ 20/80। 20/80 ਕੱਢ ਕੇ ਸਾਡਾ ਗਰੋਸ ਪ੍ਰੋਫਿਟ ਆ ਜਾਣਾ ਜੀ, ਜੋੜ ਕੇ ਸੇਲ ਆ ਜਾਣੀ ਆ। ਤੇ ਬਾਕੀ ਉਹੀ ਆ ਜਿੱਦਾਂ ਪਹਿਲਾਂ ਆਪਾਂ ਕੀਤਾ ਸੀਗਾ ਕੈਸ਼ ਸੇਲ ਆ ਜਿਹੜੀ ਕ੍ਰੈਡਿਟ ਸੇਲ ਦੀ 25% ਆ ਨਾ, ਉਹੀ ਕ੍ਰੈਡਿਟ ਸੇਲ ਐਕਸ ਮੰਨ ਲੈਣੀ, ਕੈਸ਼ ਉਹਦੀ 25% ਆ ਜਾਣੀ ਬਰਾਬਰ ਟੋਟਲ ਸੇਲ ਦੀ ਲਿਖ ਲੈਣਾ ਤੁਸੀਂ। ਠੀਕ ਨਾ। ਬਾਕੀ ਬੇਟਾ ਇਸ ਤਰ੍ਹਾਂ ਕਰ ਲੈਣਾ। ਹੁਣ ਬੇਟਾ ਅੱਗੇ ਹੈਗਾ ਸਾਡੇ ਕੋਲ ਅਕਾਊਂਟ ਪੇਬਲ ਟਰਨਓਵਰ ਰੇਸ਼ੋ। ਕਿਹੜਾ ਹੈ ਜੀ ਅਕਾਊਂਟ ਪੇਬਲ ਟਰਨਓਵਰ ਰੇਸ਼ੋ। ਠੀਕ ਨਾ। ਇਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ
ਕ੍ਰੈਡੀਟਰਸ ਜਾਂ ਫਿਰ ਕਿਆ ਹੈ ਜੀ ਅਕਾਊਂਟਸ ਪੇਬਲ ਟਰਨਓਵਰ ਰੇਸ਼ੋ ਵੀ ਕਹਿ ਦਿੰਦੇ, ਠੀਕ ਹੈ ਨਾ, ਅਕਾਊਂਟਸ ਪੇਬਲ ਟਰਨਓਵਰ ਰੇਸ਼ੋ, ਠੀਕ ਹੈ ਨਾ। ਹੁਣ ਇਹਦੇ ਵਿੱਚ ਬੇਟਾ ਕੀ ਹੋਣਾ, ਜਿੱਥੇ ਸਾਡਾ ਕ੍ਰੈਡਿਟ ਸੇਲ ਸੀਗਾ, ਇਹਦਾ ਫਾਰਮੂਲਾ ਕੀ ਹੈ ਨਾ, ਜਿੱਥੇ ਕ੍ਰੈਡਿਟ ਸੇਲ ਸੀਗਾ ਇਹਦੇ ਵਿੱਚ ਸਾਡੇ ਕੋਲ ਕੀ ਆ ਜਾਣਾ ਜੀ ਕ੍ਰੈਡਿਟ ਪਰਚੇਜ਼, ਕੀ ਆ ਜਾਣਾ ਜੀ ਕ੍ਰੈਡਿਟ ਪਰਚੇਜ਼, ਔਰ ਬਟਾ ਕਿਆ ਹੈ ਜੀ ਐਵਰੇਜ, ਜਿੱਥੇ ਡੈਪਟਰ ਸੀਗਾ ਸਾਡੇ ਕੋਲ ਕ੍ਰੈਡਿਟਰਸ ਆ ਜਾਣੇ ਆ, ਜਾਂ ਆਪਾਂ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ ਅਕਾਊਂਟ ਪੇਬਲ, ਠੀਕ ਆ, ਜਾਂ ਫਿਰ ਕੀ ਕਹਿ ਦੇਣਾ ਜੀ ਜਿਹਨੂੰ ਆਪਾਂ ਅਕਾਊਂਟ ਪੇਬਲ, ਠੀਕ ਨਾ। ਬਾਕੀ ਬੇਟਾ ਉਹੀ ਸਾਰਾ ਕੁਝ ਆ ਕੇ ਜਾਣੀ ਕਿ ਜੇ ਆਪਾਂ ਕ੍ਰੈਡਿਟ ਪਰਚੇਜ਼ ਕੱਢਣੀ ਆ, ਠੀਕ ਹੈ ਜੀ, ਉਹਦਾ ਫਾਰਮੂਲਾ ਕੀ ਹੋਣਾ ਹੈਗਾ ਜੀ, ਉਹਦਾ ਫਾਰਮੂਲਾ ਆ ਜਾਣਾ ਇੱਕ ਤਾਂ ਹੈਗਾ ਸਾਡੇ ਕੋਲ ਆਹੀ ਜੀ ਟੋਟਲ, ਜੇ ਸਾਨੂੰ ਪਰਚੇਜ਼ ਦਿੱਤਾ ਆ ਅਸੀਂ ਉਹਦੇ ਵਿੱਚ ਕੀ ਕਰ ਦੇਣਾ ਜੀ ਲੈਸ, ਠੀਕ ਹੈ ਜੀ, ਅਸੀਂ ਇਹ 'ਚੋਂ ਲੈਸ ਕਰ ਦੇਣਾ ਹੈਗਾ ਆ ਕੈਸ਼ ਪਰਚੇਜ਼, ਠੀਕ ਹੈ, ਕੀ ਕਰ ਦੇਣਾ ਜੀ ਕੈਸ਼ ਪਰਚੇਜ਼ ਤੇ ਲੈਸ ਪਰਚੇਜ਼ ਰਿਟਰਨ ਜਾਂ ਰਿਟਰਨ ਆਊਟਵਰਡ ਜਿਹਨੂੰ ਕਹਿ ਦਿੰਦੇ ਆਪਾਂ। ਤੇ ਦੂਜਾ ਫਾਰਮੂਲਾ ਜੇ ਸਾਡੇ ਕੋਲ ਕ੍ਰੈਡੀਟਰ ਵੀ ਨਾਲ ਦਿੱਤੇ ਹੋਆ ਤਾਂ ਉਹ ਆ ਸਕਦਾ ਆ ਕਲੋਜ਼ਿੰਗ ਕ੍ਰੈਡੀਟਰਸ ਪਲੱਸ ਪਲੱਸ ਕੈਸ਼ ਪੇਡ ਟੂ ਕ੍ਰੈਡੀਟਰਸ ਤੇ ਲੈਸ ਓਪਨਿੰਗ ਕ੍ਰੈਡੀਟਰਸ, ਕਿਆ ਜੀ ਲੈਸ ਕੀ ਕਰ ਦੇਣਾ ਜੀ ਓਪਨਿੰਗ ਕ੍ਰੈਡੀਟਰਸ, ਠੀਕ ਹੈ ਨਾ। ਇਹ ਸਾਡੇ ਕੋਲ ਕੀ ਆ ਜਾਣਾ ਜੀ ਕ੍ਰੈਡੀਟਰਸ ਟਰਨਓਵਰ। ਉਸ ਤੋਂ ਬਾਅਦ ਜੀ ਜੇ ਸਾਨੂੰ ਚਾਹੀਦਾ ਹੁਣ ਉਹੀ ਐਵਰੇਜ ਕ੍ਰੈਡੀਟਰਸ ਜਾਂ ਅਕਾਊਂਟ ਪੇਬਲ, ਉਹਦਾ ਫਾਰਮੂਲਾ ਬੇਟਾ ਉਹੀ ਆ ਓਪਨਿੰਗ ਕ੍ਰੈਡੀਟਰਸ, ਠੀਕ ਹੈ ਨਾ ਜੀ, ਪਲੱਸ ਓਪਨਿੰਗ ਜੇ ਸਾਨੂੰ ਨਾਲ ਬਿੱਲ ਪੇਬਲ ਦਿੱਤੇ ਉਹ ਵੀ ਲੈ ਲੈਣੇ ਆਪਾਂ, ਐਡ ਕਲੋਜ਼ਿੰਗ ਕ੍ਰੈਡੀਟਰ ਪਲੱਸ ਕਲੋਜ਼ਿੰਗ ਬਿੱਲ ਪੇਬਲ, ਬਟਾ ਕਿੰਨਾ ਹੈ ਜੀ 2, ਬਟਾ ਕਿੰਨਾ ਹੈ ਜੀ ਨਾਲ 2। ਔਰ ਜੇ ਤੁਹਾਨੂੰ ਇਕੱਲੇ ਕਲੋਜ਼ਿੰਗ ਕ੍ਰੈਡੀਟਰਸ ਪਲੱਸ ਕਲੋਜ਼ਿੰਗ ਬਿੱਲ ਪੇਬਲ ਦਿੱਤੇ ਹੋ ਆ ਤੇ ਅਸੀਂ ਕੀ ਕਰਨਾ ਜੀ ਉਹਦਾ ਬਟਾ 2 ਨਹੀਂ ਲਾਣਾ, ਸਿਰਫ ਕਿਆ ਜੀ ਆਹੀ ਲਾਣੇ ਆ, ਠੀਕ ਹੈ ਨਾ। ਜੇ ਇਕੱਲੇ ਕਲੋਜ਼ਿੰਗ ਬਿੱਲ, ਜੇ ਮੰਨ ਲਓ ਓਪਨਿੰਗ ਬਾਰੇ ਕੁਝ ਨਹੀਂ ਕਿਹਾ ਹੈ ਫਿਰ ਓਪਨਿੰਗ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਠੀਕ ਹੈ ਨਾ। ਔਰ ਇੱਦਾਂ ਬੇਟਾ ਜਿਹਦੇ ਵਿੱਚ ਐਵਰੇਜ ਕਲੈਕਸ਼ਨ ਪੀਰੀਅਡ ਸੀਗਾ ਇਹਦੇ ਵਿੱਚ ਕੀ ਹੁੰਦਾ ਜੀ ਸਾਡੇ ਕੋਲ ਐਵਰੇਜ ਪੇਮੈਂਟ ਪੀਰੀਅਡ, ਕਿਆ ਹੁੰਦਾ ਜੀ ਐਵਰੇਜ ਪੇਮੈਂਟ ਪੀਰੀਅਡ, ਉਹ ਕਿੱਦਾਂ ਹੁੰਦਾ ਜੀ ਜੇ ਮੰਥ ਵਿੱਚ ਆ 12 ਮੰਥ ਵਟਾ ਕ੍ਰੈਡੀਟਰਸ ਟਰਨਓਵਰ ਰੇਸ਼ੋ, ਔਰ ਜਾਂ ਫਿਰ ਕਿਆ ਜੀ 365 ਵਟਾ ਕ੍ਰੈਡੀਟਰਸ ਜਾਂ ਅਕਾਊਂਟ ਪੇਬਲ ਟਰਨਓਵਰ ਰੇਸ਼ੋ। ਬੇਟਾ ਮਤਲਬ ਪਹਿਲੇ ਦੱਸ ਦਿੱਤਾ ਕ੍ਰੈਡੀਟਰ ਟਰਨਓਵਰ ਰੇਸ਼ੋ ਵੀ ਕਹਿ ਸਕਦੇ ਆ, ਅਕਾਊਂਟ ਪੇਬਲ ਟਰਨਓਵਰ ਰੇਸ਼ੋ ਵੀ ਕਹਿ ਸਕਦੇ। ਹਾਂਜੀ ਬੇਟਾ ਜਿੱਦਾਂ ਸਾਡੇ ਕੋਲ ਆਹ ਕੁਐਸਚਨ ਆ ਜੀ, ਕਹਿੰਦਾ ਟ੍ਰੇਡ ਪਰਚੇਜ ਗੁੱਡਸ ਬੋਥ ਔਨ ਦੀ ਕੈਸ਼ ਐਂਡ ਬੈਲੈਂਸ ਕ੍ਰੈਡਿਟ ਟਰਮ ਦੀ ਫੋਲੋਇੰਗ ਪਾਰਟੀਕੂਲਰ obtain ਦੀ ਫੋਲੋਇੰਗ ਬੁੱਕਸ, ਕਹਿੰਦਾ ਟੋਟਲ ਪਰਚੇਜ ਦਿੱਤੀ ਹੋ, ਕੈਸ਼ ਪਰਚੇਜ ਦਿੱਤੀ ਹੋ, ਪਰਚੇਜ ਰਿਟਰਨ ਦਿੱਤੀ ਹੋ, ਕ੍ਰੈਡਿਟਰ ਐਟ ਦੀ ਐਂਡ ਦਿੱਤਾ ਆ, ਬਿੱਲ ਪੇਬਲ ਐਟ ਦੀ ਐਂਡ ਦਿੱਤਾ ਆ, ਰਿਜ਼ਰਵ ਫॉर ਡਿਸਕਾਊਂਟ ਔਨ ਕ੍ਰੈਡਿਟਰ ਦਿੱਤਾ ਹੈ, ਠੀਕ ਹੈ ਨਾ। ਪਹਿਲੇ ਨੰਬਰ ਤੇ ਸਾਨੂੰ ਕੀ ਚਾਹੀਦਾ ਜੀ ਕ੍ਰੈਡਿਟ ਪਰਚੇਜ, ਉਹ ਕਿੱਦਾਂ ਆਣਾ ਜੀ ਜਿਹੜਾ ਸਾਡੇ ਕੋਲ ਟੋਟਲ ਪਰਚੇਜ਼ ਆ ਉਹਦੇ ਵਿੱਚ ਲੈਸ ਕੀ ਕਰ ਦੇਣਾ ਜੀ ਆਪਾਂ ਕੈਸ਼ ਪਰਚੇਜ਼, ਠੀਕ ਹੈ ਜੀ, ਤੇ ਲੈਸ ਕੀ ਕਰ ਦੇਣਾ ਜੀ ਪਰਚੇਜ਼ ਰਿਟਰਨ, ਠੀਕ ਹੈ ਜੀ। ਜਿੱਦਾਂ ਹੁਣ ਸਾਡੇ ਕੋਲ ਟੋਟਲ ਪਰਚੇਜ਼ ਕਿੰਨਾ ਹੈ ਬੇਟਾ 3 ਲੱਖ, ਲੈਸ ਇਹ ਚੋਂ ਕਰ ਦੇਣਾ ਹੈਗਾ ਕੈਸ਼ ਪਰਚੇਜ਼ ਕਿੰਨਾ ਹੈ ਜੀ 30,000 ਤੇ ਲੈਸ ਪਰਚੇਜ਼ ਰਿਟਰਨ ਕਿੰਨਾ ਹੈ ਸਾਡੇ ਕੋਲ 51,000, ਠੀਕ ਹੈ ਨਾ। ਇਹ ਸਾਡੇ ਕੋਲ ਕਿੰਨਾ ਆ ਜਾਣਾ ਜੀ, ਇਹ ਆ ਜਾਣਾ ਹੈਗਾ ਬੇਟਾ ਸਾਡੇ ਕੋਲ 2,19,000, ਕਿੰਨਾ ਆ ਜਾਣਾ 2,19,000। ਹੁਣ ਫਿਰ ਸਾਨੂੰ ਕੀ ਚਾਹੀਦੇ ਜੀ ਐਵਰੇਜ ਕ੍ਰੈਡਿਟਰਸ। ਦੇਖੋ ਬੇਟਾ ਇੱਥੇ ਸਾਡੇ ਕੋਲ ਓਪਨਿੰਗ ਨਹੀਂ ਹੈਗੀ, ਜਿੱਦਾਂ ਤੁਹਾਨੂੰ ਮੈਂ ਕਿਹਾ ਸੀਗਾ ਸਾਡੇ ਕੋਲ ਕਿਹਾ ਜੀ ਕੱਲੇ ਕਲੋਜ਼ਿੰਗ ਕ੍ਰੈਡਿਟਰ ਆ ਤੇ ਬਿੱਲ ਪੇਬਲ ਆ, ਅਸੀਂ ਕੀ ਕਰਨੇ ਹੈਗੇ ਜੀ ਕ੍ਰੈਡਿਟਰਸ ਐਟ ਐਂਡ ਪਲੱਸ ਬਿੱਲ ਪੇਬਲ ਐਟ ਐਂਡ, ਬਸ ਸਿੱਧੇ ਇਹੀ ਲੈਣੇ ਆਪਾਂ। ਕਿੰਨੇ ਜੀ ਕ੍ਰੈਡਿਟਰਸ ਐਟ ਐਂਡ ਕਿੰਨੇ ਆ ਜੀ 1,05,000 ਤੇ ਬਿੱਲ ਪੇਬਲ ਕਿੰਨੇ ਆ ਜੀ 60,000, ਕਿੰਨਾ ਆ ਗਿਆ ਜੀ 1,65,000, ਕਿੰਨਾ ਆ ਗਿਆ 1,65,000,
65,000। बेटा रिजर्व फॉर डिस्काउंट ऑन क्रेडिटर का कुछ नहीं करना है तुसीं, ठीक है ना। सिंपल इन्ना आ गया। हुण असीं कढ देना किहड़ा जी, क्रेडिटर्स या अकाउंट पेएबल टर्न ओवर रेशो कितना है जी, 2,19,000 बटा कितना जी, 1,65,000। और बेटा साडे कोल आ जाना हैगा समथिंग 1.327 टाइम, ठीक है ना। जे हुण असीं इहदे विच अगे की कहना जी, कहना टेकिंग दी पीरीयड 365 डेज कैलकुलेट दी क्रेडिटर टर्नओवर रेशो ने एवरेज पेमेंट पीरीयड। ਇੱਥੇ ਸਾਨੂੰ ਹੁਣ ਕੀ ਦਿੱਤਾ ਹੈ ਜੀ, ਉਹਨੇ 365 ਦਿਨ ਦਿੱਤੇ, ਮਤਲਬ ਡੇਜ਼ ਦੇ ਵਿੱਚ ਆਪਾਂ ਐਵਰੇਜ ਪੇਮੈਂਟ ਪੀਰੀਅਡ ਕੱਢਣਾ, ਉਹ ਪਤਾ ਕਰ ਲੈਣਾ ਜੀ। ਕਿਆ ਜੀ, ਐਵਰੇਜ ਪੇਮੈਂਟ ਪੀਰੀਅਡ, ਠੀਕ ਹੈ ਨਾ। ਉਹ ਕਿੱਦਾਂ ਆ ਜਾਣਾ ਜੀ, ਉਹੀ 365 ਵਟਾ ਕ੍ਰੈਡੀਟਰਸ ਟਰਨਓਵਰ ਰੇਸ਼ੋ, ਯਾਨੀ ਕਿ ਜੀ 365 ਵਟਾ ਕਿੰਨਾ ਜੀ, ਜਿਹੜਾ ਸਾਡਾ ਹੈਗਾ 1.327, ਕਿੰਨਾ ਜੀ 1.327 डिवाइड करके आ जाना बेटा साढ़े को 275 डेज आ जाना, ठीक है ना। और बाकी क्वेश्चन बेटा ज्यादातर साढ़े इहदे नाल दे ही है सिंपल, ठीक है ना। सिंपल यही करके देख लियो, जो कोई प्रॉब्लम तो मैं दस दिओ। जिद्दां 2-2 सालों के आ, पहला 10 का कढ़ देना, फिर किहदा कढ़ देना जी आपां 11 का, ठीक है। देखो इत्थे क्या है ना 360 दिन लैनी आ, तो बेटा तुसीं 360 दिन लैके चलना है, ठीक है ना। उस तो बाद बेटा अगे तुहाडा हैगा इहदे विच बाकी ਉਹੀ है सारा कुछ ਉਹਦੇ ਵਾਂਗੂ अकाउंट रिसीवेबल लाओ, ठीक है ना। अगे हैगा वर्किंग कैपिटल टर्नओवर रेशो, ठीक है ना। क्या जी, वर्किंग कैपिटल टर्नओवर रेशो। हुण बेटा वर्किंग कैपिटल टर्नओवर रेशो देखो अपनी अगे बेटा हैगा साडे कोल वर्किंग कैपिटल टर्नओवर रेशो, ठीक है जी। ਇਹਦਾ बेटा फार्मूला ਹੁੰਦਾ ਹੈਗਾ ਸਾਡੇ ਕੋਲ, क्या है जी, नेट सेल, ठीक है जी, या फिर क्या है जी, कोस्ट ऑफ गुड्स सोल्ड, जिन्हों कोस्ट ऑफ रेवन्यू ऑपरेशन भी आप कह देंगे, बटा क्या है जी, वर्किंग कैपिटल, ठीक है ना। नैट सेल कोस्ट ऑफ गुड्स सोल्ड बेटा आप पहले परचा तुहानूं किद्दां कढदे हैं, ठीक है ना। यानी कि जे साडे कोल नैट सेल नहीं हैगी फिर आप कोस्ट ऑफ गुड्स सोल्ड लाना, जे साडे कोल नैट ऑफ सेल आप पता कर सकते, यानी कि कोस्ट ऑफ गुड्स सोल्ड भी दिता, ग्रोस प्रॉफिट भी दिता, फिर आप नैट सेल ले लेना, ठीक है ना। इस तरह बेटा साडे कोल अगे इहदे विच जिद्दां वर्किंग कैपिटल टर्नओवर रेशो आ, इद्दां केवल सानूं की कह दिंदे आ जी, फिक्स एसेट्स टर्नओवर, ਕਿਹੜੀ ਹੈ ਜੀ, ਫਿਕਸ ਐਸਟ ਟਰਨਓਵਰ ਰੇਸ਼ੋ। ਇਹਦੇ ਵਿੱਚ ਕੀ ਹੋਣਾ, ਜਿੱਥੇ ਵਰਕਿੰਗ ਕੈਪੀਟਲ ਹੋਣਾ ਉੱਥੇ ਕਿਹਾ ਜੀ ਫਿਕਸ ਐਸਟ ਆ ਜਾਣਾ, ਮਤਲਬ ਕਿਹਾ ਜੀ ਨੈਟ ਸੇਲ, ਠੀਕ ਹੈ ਜੀ, ਜਾਂ ਫਿਰ ਕਿਹਾ ਜੀ ਕੋਸਟ ਆਫ ਗੁड्स सोल्ड बटा क्या जी फिक्स एसेट्स, ठीक है। और इस तरह जी तीजे नंबर साढ़े को केवल भी कह देंगे है जी करंट एसेट्स टर्नओवर रेशो, ठीक है। ये की आ जाना जी नैट सेल, ठीक है ना, या फिर वही जी कोस्ट ऑफ गुड्स सोल्ड या कोस्ट ऑफ रेवन्यू फ्रॉम ऑपरेशन बटा की आ जाना है जी करंट एसेट्स। और करंट एसेट पता है थानू किहड़े हुंदे आ, ठीक है ना। इस तरह जिहड़ा वर्किंग कैपिटल हुंदा है थानू भी मैं दस्सिया है करंट एसेट माइनस करंट लायबिलिटी, ठीक है ना। फिक्स एसेट तो वही हुंदे जिहड़े प्लांट एंड मशीनरी आ, किहड़े है जिहड़े प्लांट एंड मशीनरी आ, जिहड़े मतलब लॉन्ग पीरियड लिखे होते हैं, ठीक है ना। ये बड़े रेशो बेटा जिहड़ा रेशो कहा हुंदा तुसीं वो बड़ा फार्मूला ला देना है, ठीक है ना। हुण बेटा इन्हां नाल दा एक सवाल देख लो तुसीं सारे। जिद्दां बेटा साडे कोल आ क्वेश्चन आ कहंदा फ्रॉम दी फॉलोइंग इंफॉर्मेशन गिवन बिलो कैलकुलेट दी वर्किंग कैपिटल टर्नओवर रेशो, ठीक है ना। असीं की पता करना है जी कैपिटल टर्नओवर रेशो पता करनी। इक्विटी शेयर कैपिटल दी हो 15 लाख, नैट सेल कितनी है जी 30 लाख, कोस्ट ऑफ गुड्स सोल्ड कितनी है जी 20 लाख, करंट एसेट कितनी है जी 10 लाख, करंट लायबिलिटी कितनी है जी 2,50,000। देखो बेटा जे साडे कोल नैट सेल हैगी है तो आपां नैट सेल ही पानी है, सानूं वेखो जी कोस्ट ऑफ गुड्स सोल्ड दी लोड़ नहीं। नैट सेल सानूं कितनी दित्ती हो जी नहीं 30 लाख, ठीक है जी। तो उस तो बाद जी सानू करंट एसेट भी दिते हुआ किन्ने जी 10 लाख, तो उस तो बाद जी करंट लायबिलिटी भी दी हुआ किन्नी जी 2,50,000, किन्नी दी 2,50,000,
50,000। ਹੁਣ ਸਾਨੂੰ ਕੀ ਚਾਹੀਦਾ ਜੀ, ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ। ਇਹਦਾ ਕੀ ਚਾਹੀਦਾ, ਫਾਰਮੂਲਾ ਕੀ ਹੁੰਦਾ ਜੀ, ਨੈਟ ਸੇਲ ਵਟਾ ਵਰਕਿੰਗ ਕੈਪੀਟਲ। ਨੈਟ ਸੇਲ ਹੈਗੀ ਆ, ਵਰਕਿੰਗ ਕੈਪੀਟਲ ਫਾਈਂਡ ਕਰ ਲਓ। ਉਹ ਕਿੱਦਾਂ ਆਣਾ ਜੀ, ਕਰੰਟ ਐਸਟ ਮਾਈਨਸ ਕਰੰਟ ਲਿਬਿਲਿਟੀ। ਮਤਲਬ ਕਿੰਨਾ ਹੈ ਜੀ, 10 ਲੱਖ ਮਾਈਨਸ ਕਰੰਟ ਲਿਬਿਲਿਟੀ 2,50,000। ਇਹ ਆ ਗਿਆ ਹੈਗਾ ਸਾਡੇ ਕੋਲ 7,50,000। ਕਿੰਨਾ ਆ ਗਿਆ, 7,50,000। ਉਸ ਤੋਂ ਬਾਅਦ ਫਿਰ ਕੱਢ ਦਿਓ ਜੀ, ਅੱਗੇ ਕਿਹਾ ਜੀ ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ। ਉਹ ਕਿੱਦਾਂ ਆਣਾ ਜੀ, ਨੈਟ ਸੇਲ ਬਟਾ ਵਰਕਿੰਗ ਕੈਪੀਟਲ। ਨੈਟ ਸੇਲ ਕਿੰਨੀ ਹੈ ਜੀ, 30 ਲੱਖ। ਕਿੰਨੀ ਹੈ ਜੀ ਸਾਡੇ ਕੋਲ, 30 ਲੱਖ। ਔਰ ਬਟਾ ਕਿਹਾ ਜੀ 7,50,000। ਉਹੀ ਬੇਟਾ ਡਿਵਾਈਡ ਕਰਕੇ ਕਿੰਨਾ ਆਣਾ ਜੀ, 4 ਟਾਈਮ ਆ ਜਾਣਾ ਸਾਡੇ ਕੋਲ। ਕਿਆ ਜਾਣਾ ਜੀ, 4 ਟਾਈਮ। ਇਹ ਬੇਟਾ ਵਰਕਿੰਗ ਕੈਪੀਟਲ ਵਾਲੇ ਸਵਾਲ ਤੁਹਾਡੇ ਲਗਭਗ ਸਾਰੇ ਇਹਦੇ ਨਾਲ ਦੇ ਹੀ ਆ। ਜਿੱਦਾਂ ਆਪਣੇ 70ਵੇਂ ਸਵਾਲ 'ਚ ਆ, ਪਹਿਲਾਂ ਕਰੰਟ ਐਸਟ ਲੈ ਲੈਣੀ, ਕੈਸ਼, ਸਟੋਕ, ਡੈਪਟਰ, ਬਿੱਲ ਰਿਸੀਵਲ। ਕਰੰਟ ਐਸਟ ਬਣ ਗਏ ਸਾਡੇ ਕੋਲ, ਕਿਆ ਬਣ ਗਏ ਸਾਡੇ ਕੋਲ ਇਹ ਜੀ, ਕਰੰਟ ਐਸਟ। ਇਦਾਂ ਹੀ ਇੱਧਰ ਕਰੰਟ ਲਿਬਿਲਿਟੀਆਂ ਕਿਹੜੀਆਂ, ਬਿੱਲ ਪੇਬਲ ਤੇ ਕ੍ਰੈਡੀਟਰ। ਕਰੰਟ ਐਸਟ ਜੋ ਕਰੰਟ ਲਿਬਿਲਿਟੀਆਂ ਘਟਾ ਦਿਓ, ਤੁਹਾਡਾ ਕਿਆ ਜਾਣਾ ਜੀ, ਵਰਕਿੰਗ ਕੈਪੀਟਲ। ਨੈਟ ਸੇਲ ਦਿੱਤੀ, ਉਹਨੂੰ ਡਿਵਾਈਡ ਕਰਕੇ ਤੁਸੀਂ ਕਿਹਾ ਜੀ ਕੱਢ ਦੇਣਾ। ਠੀਕ ਨਾ। ਇਸੇ ਤਰ੍ਹਾਂ ਬੇਟਾ ਸਾਡੇ ਕੋਲ ਆਹ ਕੁਐਸਚਨ ਹੈਗਾ ਇੱਕ, ਇਹ ਜਿਹਦੇ ਨਾਲ ਫਿਕਸ ਐਸਟ ਟਰਨਓਵਰ ਰੇਸ਼ੋ ਕਰਨਾ। ਸਾਨੂੰ ਕੀ ਦਿੱਤਾ ਆ, ਪਹਿਲਾਂ ਤਾਂ ਦਿੱਤਾ ਹੈ ਸਾਨੂੰ ਇਹਦੇ ਵਿੱਚ ਕੈਪੀਟਲ ਇੰਪਲਾਈਡ। ਕੈਪੀਟਲ ਇੰਪਲਾਈਡ ਕਿੰਨਾ ਹੈ ਜੀ, 1 ਲੱਖ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਸਾਨੂੰ ਵਰਕਿੰਗ ਕੈਪੀਟਲ ਦਿੱਤੀ ਹੋਆ ਕਿੰਨੀ ਜੀ, 20,000। ਠੀਕ ਨਾ। ਉਸ ਤੋਂ ਬਾਅਦ ਜੀ ਕੋਸਟ ਆਫ ਗੁੱਡਸ ਸੋਲਡ ਕਿੰਨਾ ਹੈ ਜੀ, 3,20,000। ਠੀਕ ਨਾ। ਤੇ ਗ੍ਰੋਸ ਪ੍ਰੋਫਿਟ ਕਿੰਨਾ ਹੈ ਸਾਡੇ ਕੋਲ, ਗ੍ਰੋਸ ਪ੍ਰੋਫਿਟ ਹੈਗਾ ਆ 80,000। ਗ੍ਰੋਸ ਪ੍ਰੋਫਿਟ ਕਿੰਨਾ ਹੈ ਜੀ, 80,000। ਠੀਕ ਨਾ। ਹੁਣ ਅਸੀਂ ਕੀ ਕਰਨਾ ਜੀ, ਜਿੱਦਾਂ ਸਾਡੇ ਕੋਲ ਫਿਕਸ ਐਸਟ ਟਰਨਓਵਰ ਰੇਸ਼ੋ ਪਤਾ ਕਰਨੀ ਇਹਦੇ ਵਿੱਚ ਆਪਾਂ, ਤੇ ਫਿਕਸ ਐਸਟ ਟਰਨਓਵਰ ਰੇਸ਼ੋ ਦਾ ਫਾਰਮੂਲਾ ਕਹਿੰਦੇ ਫਿਕਸ ਐਸਟਸ ਟਰਨਓਵਰ ਰੇਸ਼ੋ। ਇਹਦਾ ਕੀ ਆਣਾ ਜੀ, ਉਹੀ ਜੀ ਨੈਟ ਸੇਲ, ਕਿਆ ਹੈ ਜੀ, ਨੈਟ ਸੇਲ। ਠੀਕ ਹੈ ਜੀ, ਬਟਾ ਜੀ ਫਿਕਸ ਐਸਟਸ। ਠੀਕ ਆ। ਹੁਣ ਪਹਿਲਾਂ ਨੈਟ ਸੇਲ ਕੱਢ ਲਓ। ਨੈਟ ਸੇਲ ਕਿੱਦਾਂ ਆਣੀ ਹੈ ਜੀ, ਕੋਸਟ ਆਫ ਗੁੱਡਸ ਸੋਲਡ ਪਲੱਸ ਕੋਸਟ ਆਫ ਗੁੱਡਸ ਸੋਲਡ ਪਲੱਸ ਗ੍ਰੋਸ ਪ੍ਰੋਫਿਟ। ਕੋਸਟ ਆਫ ਗੁੱਡਸ ਸੋਲਡ ਕਿੰਨੀ ਹੈ ਜੀ, ਉਹ ਸਾਨੂੰ ਦਿੱਤੀ ਹੋਈ ਨਹੀਂ, ਕਿੰਨੀ ਜੀ, 3,20,000। ਗ੍ਰੋਸ ਪ੍ਰੋਫਿਟ ਕਿੰਨਾ ਹੈ ਜੀ, 80,000। ਇਹ ਸਾਡੇ ਕੋਲ ਆ ਗਿਆ 4 ਲੱਖ। ਕਿੰਨਾ ਆ ਗਿਆ ਜੀ, 4 ਲੱਖ। ਹੁਣ ਸਾਨੂੰ ਚਾਹੀਦੀ ਆ ਫਿਕਸ ਐਸਟਸ। ਫਿਕਸ ਐਸਟਸ ਠੀਕ ਨਾ। ਇਹ ਕਿੱਦਾਂ ਆਣੇ ਆ ਜੀ, ਇਹ ਸਾਡੇ ਕੋਲ ਕਿਆ ਦਿੱਤਾ ਹੈ ਜੀ, ਕੈਪੀਟਲ ਇੰਪਲਾਇਡ ਮਾਈਨਸ ਵਰਕਿੰਗ ਕੈਪੀਟਲ ਕਰਕੇ ਆਉਣਾ ਹੁੰਦਾ ਬੇਟਾ ਫਿਕਸ ਐਸਟ। ਯਾਨੀ ਕਿ ਇਹ ਕਿੰਨੇ ਆ ਸਾਡੇ ਕੋਲ, 10 ਲੱਖ, ਇਹ ਸੋਰੀ 1 ਲੱਖ। ਕਿੰਨੇ ਆ ਜੀ, 1 ਲੱਖ, ਸੋਰੀ 1 ਲੱਖ ਆ ਵੀ ਤਾਂ ਗਲਤ ਲਿਖੋਗੇ ਮੜ ਜਾ, ਵੀ ਕਿੰਨੀ ਹੈ ਜੀ, 1 ਲੱਖ ਮਾਈਨਸ 20,000 ਕਿੰਨੇ ਆ ਗਏ ਜੀ, 80,000। ਠੀਕ ਹੈ ਨਾ। ਤੇ ਬਾਕੀ ਅਸੀਂ ਕੱਢ ਦੇਣਾ ਬੇਟਾ। ਕਿਆ ਕਰਨਾ ਜੀ ਆਪਾਂ, ਫਿਕਸਡ ਐਸਟਸ ਟਰਨਓਵਰ ਰੇਸ਼ੋ ਕਿੰਨਾ ਹੈ ਜੀ, 4 ਲੱਖ ਬਟਾ 80,000। ਕੱਟ ਕੇ ਕਿੰਨਾ ਆ ਗਿਆ ਜੀ, 4 ਆ ਗਿਆ। ਕਿੰਨਾ ਆ ਗਿਆ ਜੀ, 4। ਠੀਕ ਹੈ ਨਾ। ਇਹਦੇ ਨਾਲੇ ਬੇਟਾ ਸਾਡੇ ਕੋਲ ਰੇਸ਼ੋਲਾਈਜ਼ ਦਾ ਚੈਪਟਰ ਖਤਮ ਹੋ ਗਿਆ। ਜਿਹੜਾ ਅਗਲਾ ਟੌਪਿਕ ਨਾ ਸਾਡਾ ਪ੍ਰੋਪਰੇਟਰੀ ਰੇਸ਼ੋ, ਇਹਦਾ ਬੇਟਾ ਅਗਲਾ ਕੋਈ ਸਾਡੇ ਰੇਸ਼ੋ ਨਹੀਂ ਹੈਗਾ, ਜਿਹੜੇ ਰੇਸ਼ੋ ਹੈਗੇ ਉਹੀ ਹੈਗੇ ਆ। ਠੀਕ ਹੈ ਨਾ। ਇਹਨਾਂ ਦੇ ਬੇਟਾ ਚੰਗੀ ਤਰ੍ਹਾਂ ਫਾਰਮੂਲੇ ਚੇਤੇ ਕਰ ਲਿਓ, ਤੁਹਾਨੂੰ ਛੋਟੇ ਕੁਐਸਚਨ ਹੁਣ ਜ਼ਿਆਦਾ ਆਉਂਦੇ ਆ। ਠੀਕ ਹੈ ਨਾ। ਤੁਹਾਨੂੰ ਮੈਂ ਪੇਪਰ ਦਾ ਪੈਟਰਨ ਪਾ ਦੂੰਗਾ, ਇੱਕ ਵਾਰੀ ਮਾੜਾ ਜਿਹਾ ਸਿਲੇਕਟ ਕਰਕੇ ਫਿਰ ਤੁਸੀਂ ਉਹਦੇ ਮੁਤਾਬਕ ਹੀ ਕੁਐਸਚਨ ਤਿਆਰ ਕਰਨੇ ਆ। ਠੀਕ ਹੈ ਨਾ। ਓਕੇ, ਥੈਂਕਸ ਬੇਟਾ।